खुद आखें ते आप मुहारा पिया भाखें कि बड़े कोल आ खुद अख्तियार मेरे, पर एक भी हकी अख्तियार दा हकदार ना बन सकियो विच रह के अवगुणा दे घेरे। क्योंकि थां खुदा दे खिदमतदार होके रहियो कटदा चक्कर माया दे हेरे फेरे। दीप जो हो अवगुणा तो खलास ते जा बहन बाबल दे पास। विरले विरले ने अड़िए ओ नूरी चेहरे, विरले विरले ने अड़िए ओ नूरी चेहरे। तू सादा अखंड जोत चैनल ते प्रोग्राम सुखड़ विचार वेख रहे सारे ही दर्शक सविकारना जी फतेह। वाहिगुरु जी का खालसा वाहिगुरु जी की फतेह। प्रोग्राम सुखड़ विचार विच अज दा जो सुखड़ विचार है वह है अख्तियार। इंसान कोल जे महल होवे तां ओह उस ते अपना अख्तियार रख आखदा है कि यह मेरा है। जे कुल्ली होवे तां भी अख्तियार रखदा है कि यह मेरी है। संसारी तल ते जिउंदा जीव इस संसारी मटीरियल ते अख्तियार रखदा होया ऐसी सोच दा ग्रहणी हो जाता है कि आ भी मेरा ते ओ भी मेरा। पर पहले पातशाह दा फरमान कर समझाउंदे ने कि उस एक सत श्री अकाल पुरख पिता जी तो बिना तेरा कुछ है ही नहीं। तिस बिन मेरा को नहीं जिसका जियो प्राण। क्योंकि यह इंसान तां खुद मलकीयत है परमात्मा दी, जिसदी दित्ती होई यह जिंदगानी है। हुण जिवें किसी भी अहुदे पद कुर्सी कोल कुछ अख्तियार हुंदे ने जो उन्नू संविधान वल्लों कानून द्वारा दिते जांदे ने, ते इस अहुदे ते नियुक्त बंदा इन्हां मिले अख्तियारां नूं वरत इन्हां दी वरतों करदा है। जिवें डीसी दी कुर्सी ते नियुक्त किसी कर्मचारी नूं सर्विस करदे होए वेख असीं झट कीते यह कह दिंदे हां कि ओह फलाना फलाना बंदा डीसी है। पर डीसी तां एक कुर्सी है, एक अहुदा है। हक कुर्सी कोल हुंदा है, बंदे कोल नहीं। जे वेखीए ते बंदा पहलों एक स्टूडेंट बन एजुकेशन हासिल कर फिर किते जा डीसी दी कुर्सी ते बैठदा है। क्योंकि सब अख्तियार उस अहुदे उस कुर्सी कोल है। पर जद ही उस अहुदे तो उत्तर लांबे हुंदा है तां सब अख्तियार इहदे कोलों खुस जांदे ने। क्योंकि सारी पावर सारे अख्तियार तां अहुदे कोल सी, बंदे कोल थोड़ा सी। बंदा तां सिर्फ उस अहुदे उस कुर्सी थल्ले काम करन वाला एक कर्मचारी सी। इसी तरह असीं वख-वख महकमिਆਂ ਵਿੱਚ वख-वख पदां ते नियुक्त कई कर्मचारी ਵੇਖਦੇ ਹਾਂ जो ਆਪੋ ਆਪਣੇ ਅਹੁਦਿਆਂ ਦੀ ਪਾਵਰ ਇਸਤੇਮਾਲ ਕਰਦੇ ਨੇ। ਜਿਵੇਂ ਡੀਸੀ ਕੋਲ ਡੀਸੀ ਦੇ ਅਹੁਦੇ ਦੀ ਪਾਵਰ, ਥਾਣੇਦਾਰ ਕੋਲ ਥਾਣੇਦਾਰ ਦੇ ਅਹੁਦੇ ਦਾ ਹੱਕ, ਜੱਜ ਕੋਲ ਜੱਜ ਦੇ ਅਹੁਦੇ ਦਾ, ਡਾਕਟਰ ਕੋਲ ਡਾਕਟਰ ਦੇ ਅਹੁਦੇ ਦਾ, ਇੱਕ ਸਰਪੰਚ ਕੋਲ ਸਰਪੰਚ ਦੇ ਅਹੁਦੇ ਦਾ ਆਦਿ ਹੋਰ ਵੀ ਕਈਆਂ ਕੋਲ ਹੱਕ ਹੁੰਦੇ ਨੇ। ਪਰ ਇਹਨਾਂ ਅਹੁਦਿਆਂ ਥੱਲੇ ਕੰਮ ਕਰਦਾ ਬੰਦਾ ਨੇਕਨਾਮੀ ਨਿਆਂਕਾਰੀ ਇਨਸਾਫ ਪਸੰਦ ਤਾਂ ਹੀ ਅਖਵਾਏਗਾ ਜੇ ਮਿਲੇ ਇਹਨਾਂ ਅਹੁਦਿਆਂ ਦੇ ਅਖਤਿਆਰ ਸਹੀ ਢੰਗ ਨਾਲ ਵਰਤੇਗਾ। ਫਿਰ ਹੀ ਮਿਲੇ ਅਖਤਿਆਰ ਨਾਲ ਇਨਸਾਫ ਕਰ ਸਕੇਗਾ। ਨਹੀਂ ਤੇ ਜੱਗ ਦੀਆਂ ਨਜ਼ਰਾਂ 'ਚ ਤੇ ਰੱਬ ਦੀਆਂ ਨਜ਼ਰਾਂ 'ਚ ਵੀ ਗੁਨਾਹਗਾਰ ਸਾਬਤ ਹੋਵੇਗਾ। ਇਸੇ ਤਰ੍ਹਾਂ ਉਪਰੋਕਤ ਵਿਚਾਰ ਦਾ ਢੁਕਵਾਂ ਸਾਰ ਤਾਂ ਹੁਣ ਅੱਗੇ ਨਿਕਲੇਗਾ ਜੋ ਸਾਨੂੰ ਸਭ ਨੂੰ ਸਮਝ ਆਪ ਦੇ ਜੀਵਨ ਵਿੱਚ ਗ੍ਰਹਿਣ ਕਰ ਅਪਣਾਉਣਾ ਚਾਹੀਦਾ ਹੈ। ਆਓ ਫਿਰ ਸਮਝਦੇ ਹਾਂ ਕਿ ਜਿਸ ਲੋਕ ਵਿੱਚ ਅਸੀਂ ਰਹਿੰਦੇ ਹਾਂ, ਜਿਸ ਕੁਦਰਤ ਕਾਇਨਾਤ ਵਿੱਚ ਅਸੀਂ ਰਹਿੰਦੇ ਹਾਂ, ਇਸ ਵਿੱਚ ਕੁਦਰਤ ਦੇ ਦਿੱਤੇ ਹੋਏ ਕੁਝ ਅਹਿਮ ਅਖਤਿਆਰ ਨੇ ਸਾਡੇ ਕੋਲ ਜੋ ਅਸੀਂ ਬੇਝੱਕ ਹੋ ਕੇ ਵਰਤ ਸਕਦੇ ਹਾਂ। ਜਿਵੇਂ ਕੁਦਰਤ ਨੇ ਸਾਡੇ ਮੁੱਖ 'ਚ ਸ਼ਬਦ ਪਾਇਆ ਹੈ, ਅਸੀਂ ਇਹ ਸ਼ਬਦ ਇਹ ਬੋਲ ਵਰਤ ਸਕਦੇ ਹਾਂ। ਪਰ ਨਾਲ ਹੀ ਉਹਦਾ ਇੱਕ ਕਾਇਦਾ ਮਿਲਿਆ ਹੈ ਜੋ ਅਖਤਿਆਰ ਹੈ ਸਾਡੇ ਕੋਲ ਕਿ ਉਹਨੂੰ ਅਸੀਂ ਸੱਚ 'ਚ ਰਹਿ ਕੇ ਵਰਤ ਸਕਦੇ ਹਾਂ। ਇਸ ਤੋਂ ਅਗਲਾ ਅਖਤਿਆਰ ਕਿ ਕਿਰਤ ਕਰਨ ਲਈ ਸਾਨੂੰ ਹੱਥ ਪੈਰ ਦਿੱਤੇ ਨੇ। ਅਸੀਂ ਉਹਨਾਂ ਨਾਲ ਜਿੰਨੀ ਮਰਜ਼ੀ ਕਿਰਤ ਕਰ ਸਕਦੇ ਹਾਂ, ਪਰ ਉਸ ਕਿਰਤ ਦਾ ਕਾਇਦਾ ਹੈ ਕਿ ਅਸੀਂ ਹੱਕੀ ਕਿਰਤ ਕਰੀਏ ਕਿਉਂਕਿ ਸਾਨੂੰ ਅਖਤਿਆਰ ਹੱਕ ਦਾ ਮਿਲਿਆ ਹੈ। ਸਾਨੂੰ ਪਾਕੀਜ਼ਗੀ ਦੇ ਜਤ ਸਤ ਦਾ ਅਖਤਿਆਰ ਦੇ ਕੇ ਨਿਵਾਜਿਆ ਹੈ ਤਾਂ ਕਿ ਅਸੀਂ ਗੰਦਗੀ ਭਰੀ ਗੁਰਬਤ 'ਚੋਂ ਬਾਹਰ ਨਿਕਲ ਸਕੀਏ। ਮਤਲਬ ਕਿ ਜਿੰਨੇ ਵੀ ਗੁਣ ਨੇ ਇਹਨਾਂ ਦੇ ਜੋ ਅਖਤਿਆਰ ਨੇ ਇਹ ਪਰਮਾਤਮਾ ਵੱਲੋਂ ਪ੍ਰਮਾਣਿਤ ਨੇ ਕਿਉਂਕਿ ਪ੍ਰਮਾਣਤਾ ਤੋਂ ਬਿਨਾਂ ਕੋਈ ਅਖਤਿਆਰ ਨਹੀਂ ਮਿਲਦਾ। ਹੁਣ ਇਸ ਤੋਂ ਅੱਗੇ ਹੋਰ ਬਰੀਕ ਸਮਝ ਦਾ ਮਸਲਾ ਹੈ ਜੋ ਗੁਣਾਂ ਤੋਂ ਅੱਗੇ ਆਤਮਾ ਤੇ ਜਾ ਖੜਦਾ ਹੈ।
ਹੁਣ ਆਤਮਕ ਲੈਵਲ ਤੇ ਆਤਮਾ ਨੂੰ ਵੀ ਅਖਤਿਆਰ ਹੈ, ਹੱਕ ਹੈ ਕਿ ਆਤਮਾ ਕੋਈ ਆਨੰਦ, ਸਕੂਨ, ਮਸਤੀ ਨੂੰ ਮਾਣ ਨਿਹਾਲ ਹੋ ਸਕਦੀ ਹੈ, ਆਪ ਦੇ ਅਸਲ ਸੋਮੇ 'ਚ ਵਾਪਸ ਸਮਾ ਸਕਦੀ ਹੈ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਇਸੇ ਕਰਕੇ ਆਤਮਾ ਕੋਲ ਸਭ ਤੋਂ ਵੱਡੀ ਫੈਸਿਲਿਟੀ ਹੈ ਕਿ ਇਹ ਪਰਮਾਤਮਾ ਤੱਕ ਪਹੁੰਚ ਸਕਦੀ ਹੈ। ਇਹ ਅਖਤਿਆਰ ਸਿਰਫ ਆਤਮਾ ਕੋਲ ਹੈ। ਤਾਂ ਹੀ ਤਾਂ ਪੰਚਮ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਹੁਣ ਅਸੀਂ ਵੇਖਣਾ ਹੈ ਕਿ ਕੀ ਅਸੀਂ ਇਹਨਾਂ ਗੁਣਾਂ ਦੇ ਹੱਕਾਂ ਦੀ, ਆਤਮਾ ਦੇ ਹੱਕ ਦੀ ਵਰਤੋਂ ਕਰ ਮਿਲੇ ਮਾਨਸ ਜਨਮ ਦਾ ਸਭ ਤੋਂ ਲੋੜੀਂਦਾ ਅਖਤਿਆਰ ਵਰਤਦੇ ਪਏ ਹਾਂ ਕਿ ਜਾਂ ਫਿਰ ਨਹੀਂ। ਸੋ ਅਖੀਰ ਸਾਡੇ ਸਭ ਲਈ ਇਹ ਬੜਾ ਹੀ ਗੰਭੀਰਤਾ ਭਰਿਆ ਮਸਲਾ ਹੈ, ਜਿਸ ਬਾਰੇ ਸਾਨੂੰ ਆਪਣੀ ਸੋਚ ਨੂੰ ਵਿਰਾਟ ਕਰ ਇਸ ਦੇ ਹਾਣੀ ਬਣ ਸੋਚਣਾ ਪਵੇਗਾ ਕਿ ਅਸੀਂ ਸੰਸਾਰਿਕ ਸਭ ਅਖਤਿਆਰਾਂ ਤੋਂ, ਸਭ ਹੱਕਾਂ ਤੋਂ ਦੁਨਿਆਵੀ ਮੱਤ ਦੇ ਚੱਲਦਿਆਂ ਭਲੀ ਭਾਂਤ ਜਾਣੂ ਹਾਂ, ਪਰ ਜੋ ਸਾਡੇ ਸਭ ਲਈ ਬਹੁਤ ਹੀ ਅਤਿ ਜ਼ਰੂਰੀ ਹੈ ਕਿ ਜਿਹੜਾ ਸਾਨੂੰ ਪਰਮਾਤਮਾ ਨੇ ਹੱਕ, ਹਕੂਕ ਤੇ ਅਖਤਿਆਰ ਦਿੱਤਾ ਹੈ ਕਿ ਤੂੰ ਮੇਰੀ ਗੋਦ 'ਚ ਆ ਕੇ ਸਮਾ ਸਕਦਾ ਹੈ, ਕੀ ਅਸੀਂ ਉਧਰ ਨੂੰ ਧਿਆਨ ਦਿੱਤਾ ਹੈ ਕਦੀ? ਕੀ ਕਦੀ ਸੋਚਿਆ ਹੈ ਜੋ ਇੰਨੀ ਵੱਡੀ ਫੈਸਿਲਿਟੀ ਮਿਲੀ ਹੈ ਸਾਨੂੰ? ਜੇ ਨਹੀਂ ਸੋਚਿਆ ਤੇ ਫਿਰ ਮਿਲੇ ਸਮੇਂ ਦੀ ਮੋਹਲਤ ਦੇ ਆਖਰੀ ਸਾਹਾਂ ਤੱਕ ਜਾਣ ਤੋਂ ਪਹਿਲਾਂ ਆਪ ਦੇ ਜੀਵਨ ਦਾ ਅਹਿਮ ਮਕਸਦ ਪੂਰਾ ਕਰ ਲਈਏ, ਜੋ ਸਾਨੂੰ ਸਦੀਵੀ ਜੀਵਨ ਦਾ ਹੱਕਦਾਰ ਬਣਾ ਮੂਲ ਪਿਤਾ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਕੋਲ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।